ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਵਿਚਾਰ ਦੀ ਲੜੀ ਨੂੰ ਅੱਗੇ ਤੋਰਦੇ ਹਾਂ ਜੀ। ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 50 ਤੇ 51 ਤੇ ਪਾਠ ਤੇ ਵਿਚਾਰ ਕਰਦੇ ਹਾਂ ਜੀ। ਪੰਚਮ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਸ੍ਰੀ ਰਾਗ ਦੇ ਵਿੱਚ। ਸ੍ਰੀ ਰਾਗ ਮਹੱਲਾ ਪੰਜਵਾਂ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਭਾਈ ਮੀਤ ਸੁਰਿਦ ਕੀਏ ਵਿਖਿਆ ਰਚਿਆ ਬਾਦ। ਜਾਂਦੇ ਬਿਲਮ ਨਾ ਹੋਵਈ ਵਿਨ ਨਾਵੈ ਵਿਸਮਾਦ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜੀਵ ਸੰਸਾਰ ਦੇ ਜਿਹੜੇ ਭੋਗ ਪਦਾਰਥ ਨੇ, ਕਹਿੰਦੇ ਉਹਨਾਂ ਨੂੰ ਮਿੱਠਾ ਕਰਕੇ ਖਾਂਦਾ ਹੈ, ਪਰ ਉਹਦੇ ਵਿੱਚੋਂ ਕੌੜੇ ਵਿਕਾਰ ਉਪਜਦੇ ਨੇ, ਜਿਹੜਾ ਦਾ ਉਹਨੂੰ ਫਿਰ ਸਾਹਮਣਾ ਕਰਨਾ ਪੈਂਦਾ। ਕਹਿੰਦੇ ਸੰਸਾਰ ਦੇ ਵਿੱਚ ਕਈ ਮਿੱਤਰ ਦੋਸਤ ਬਣਾਉਂਦਾ ਅਤੇ ਜਿਨ੍ਹਾਂ ਦੇ ਨਾਲ ਮਾਇਆ ਦਾ ਝਗੜਾ ਵਧਿਆ ਰਹਿੰਦਾ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੰਸਾਰ ਦੀ ਕੋਈ ਵੀ ਚੀਜ਼ ਨੂੰ ਖਤਮ ਹੁੰਦਿਆਂ ਦੇਰ ਨਹੀਂ ਲੱਗਦੀ। ਮਨ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ। ਕਹਿੰਦੇ ਹੇ ਮੇਰੇ ਮਨ, ਤੂੰ ਸਤਿਗੁਰ ਦੀ ਦੱਸੀ ਹੋਈ ਸੇਵਾ ਕਰ। ਜੋ ਦੀਸੈ ਸੋ ਵਿਣਸਨਾ ਮਨ ਕੀ ਮਤ ਤਿਆਗ। ਕਹਿੰਦੇ ਜੋ ਵੀ ਤੈਨੂੰ ਦਿਸ ਰਿਹਾ ਇਸ ਸੰਸਾਰ ਵਿੱਚ ਸਭ ਕੁਝ ਖਤਮ ਹੋ ਜਾਣਾ ਇੱਕ ਦਿਨ, ਫਿਰ ਇਸ ਲਈ ਤੂੰ ਆਪਣੀ ਮਨ ਦੀ ਮੱਤ ਉੱਤੇ ਚੱਲਣਾ ਛੱਡ ਦੇ, ਗੁਰੂ ਦੀ ਮੱਤ ਉੱਤੇ ਚੱਲ। ਰਹਾਓ ਜਿਉ ਕੂਕਰ ਹਰਕਾਇਆ ਧਾਵੇ ਦਹਿ ਦਿਸ ਜਾਏ। ਲੋਭੀ ਜੰਤ ਨਾ ਜਾਣਈ ਪੱਖ ਅਪੱਖ ਸਭ ਖਾਏ। ਕਹਿੰਦੇ ਜਿਵੇਂ ਇੱਕ ਹਲਕਿਆ ਹੋਇਆ ਕੁੱਤਾ, ਆਪਾਂ ਦੇਖਦੇ ਹਾਂ ਨਾ ਜਦੋਂ ਇੰਡੀਆ 'ਚ ਸੀਗੇ ਪਿੰਡਾਂ 'ਚ, ਵੀ ਹਲਕਿਆ ਹੋਇਆ ਕੁੱਤਾ ਕਹਿੰਦੇ ਵੀ ਇੱਦਾਂ ਸਾਰੇ ਪਾਸੇ ਭੱਜਿਆ ਫਿਰਦਾ ਹੈਗਾ, ਉਹਨੂੰ ਕੋਈ ਟਿਕਾ ਨਹੀਂ ਹੁੰਦਾ। ਇਵੇਂ ਕਹਿੰਦੇ ਜੀਵ ਦੀ ਹਾਲਤ ਆ ਮਾਇਆ ਪਿੱਛੇ। ਕਹਿੰਦੇ ਉਹਨੂੰ ਪਤਾ ਨਹੀਂ ਮਾਇਆ ਦੇ ਮਤਲਬ ਲੋਭ ਵਿੱਚ ਆ ਕੇ ਵੀ ਕੀ ਚੀਜ਼ ਮੇਰੇ ਖਾਣ ਵਾਲੀ ਆ, ਕੀ ਚੀਜ਼ ਨਹੀਂ ਖਾਣ ਵਾਲੀ, ਸਭ ਕੁਛ ਹੀ ਖਾਂਦਾ ਫਿਰਦਾ। ਕਾਮ ਕ੍ਰੋਧ ਮਦ ਵਿਆਪਿਆ ਫਿਰ ਜੋਨੀ ਪਾਏ। ਕਹਿੰਦੇ ਵੀ ਇੱਦਾਂ ਦੇ ਵਿਕਾਰਾਂ 'ਚ, ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਇਹਨਾਂ ਵਿੱਚ ਹੀ ਫਸਿਆ ਰਹਿੰਦਾ ਅਤੇ ਫਿਰ ਇਹਨਾਂ ਕਰਕੇ ਮੁੜ ਜਨਮ ਮਰਨ ਦਾ ਚੱਕਰ ਪਿਆ ਰਹਿੰਦਾ। ਅਲੱਗ-ਅਲੱਗ ਜੂਨੀਆਂ ਦੇ ਵਿੱਚ ਫਿਰ ਉਹਦਾ ਜਨਮ ਹੁੰਦਾ। ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ। ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ। ਜਿਨ ਕੀਤਾ ਤਿਸੇ ਨਾ ਜਾਣਈ ਫਿਰ ਆਵੈ ਜਾਏ। ਕਹਿੰਦੇ ਜਿਹੜੀ ਮਾਇਆ ਨਾ, ਮਾਇਆ ਨੇ ਆਪਣਾ ਜਾਲ ਪਸਾਰਿਆ ਹੈ ਅਤੇ ਵਿੱਚ ਹੀ ਜੀਵ ਦੇ ਲਈ ਅੰਦਰ ਚੋਗਾ ਪਾਇਆ ਹੋਇਆ। ਫਿਰ ਚੋਗੇ ਨੂੰ ਦੇਖ ਕੇ ਮਤਲਬ ਜਾਲ ਦੇ ਵਿੱਚ ਜੀਵ ਫਸ ਜਾਂਦਾ ਨਾ, ਜਦੋਂ ਦੇਖਦਾ ਵੀ ਮੇਰੇ ਲਈ ਚੋਗਾ ਹੈਗਾ। ਜਿਸ ਤਰ੍ਹਾਂ ਮੱਛੀ ਜਾਲ 'ਚ ਫਸ ਜਾਂਦੀ ਹੈ, ਇਸ ਤਰ੍ਹਾਂ ਹੀ ਮਾਇਆ ਦੇ ਜਾਲ ਵਿੱਚ ਇਨਸਾਨ ਫਸ ਜਾਂਦਾ। ਕਹਿੰਦੇ ਫਿਰ ਇਹ ਮੇਰੀ ਮਾਂ, ਕਹਿੰਦੇ ਉਹ ਜਿਹੜਾ ਤ੍ਰਿਸ਼ਨਾ ਦਾ ਜਾਲ ਕਹਿੰਦੇ ਮਾਇਆ ਨੇ ਪਾਇਆ ਹੋਇਆ ਵੀ ਉਹਦੇ ਵਿੱਚੋਂ ਫਿਰ ਇਹ ਜੀਵ ਨਿਕਲ ਨਹੀਂ ਸਕਦਾ ਹੈਗਾ। ਅਤੇ ਜਿਸ ਪਰਮਾਤਮਾ ਨੇ ਇਹਨੂੰ ਬਣਾਇਆ ਉਹਦੇ ਨਾਲ ਜਾਣ ਪਛਾਣ ਨਹੀਂ ਪਾਉਂਦਾ ਹੈਗਾ, ਫਿਰ ਇੱਦਾਂ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਅਨੇਕ ਪ੍ਰਕਾਰੀ ਮੋਹਿਆ ਬਹੁਵਿਧ ਇਹ ਸੰਸਾਰ। ਜਿਸਨੋਂ ਰੱਖੈ ਸੋ ਰਹੈ ਸਮਰੱਥ ਪੁਰਖ ਅਪਾਰ। ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲਿਹਾਰ।
ਕਹਿੰਦੇ ਜਿਹੜੀ ਮਾਇਆ ਹੈਗੀ ਆ ਨਾ ਸੰਸਾਰ ਦੇ ਵਿੱਚ, ਕਹਿੰਦੇ ਉਹਨੇ ਜੀਵ ਨੂੰ ਬਹੁਤ ਤਰ੍ਹਾਂ ਦੇ ਰੂਪਾਂ ਰੰਗਾਂ ਦੇ ਨਾਲ ਮੋਹਿਆ ਹੋਇਆ। ਕਹਿੰਦੇ ਪਰ ਉਹ ਕੋਈ ਭਾਗਾਂ ਵਾਲਾ ਜੀਵ ਜਿਹਨੂੰ ਪਰਮਾਤਮਾ ਆਪ ਰੱਖਦਾ ਇਹ ਤੋਂ ਬਚਾ ਕੇ, ਫਿਰ ਉਹੀ ਇਹਦੇ ਤੋਂ ਬਚ ਸਕਦਾ ਹੈ। ਕਹਿੰਦੇ ਵੀ ਜਿਹੜਾ ਹਰੀ ਦਾ ਜਨ ਆ ਵੀ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਸੁਰਤ ਜੋੜ ਕੇ ਇਸ ਮਾਇਆ ਦੇ ਜਾਲ ਤੋਂ ਬਚ ਜਾਂਦਾ ਹੈ, ਸੰਸਾਰ ਵਿੱਚੋਂ ਤਰ ਜਾਂਦਾ ਹੈ। ਨਾਨਕ ਜੀ ਕਹਿੰਦੇ ਮੈਂ ਉਹ 'ਤੇ ਬਲਿਹਾਰ ਜਾਂਦਾ ਹਾਂ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ। ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਕਰ ਬਾਰ। ਕਹਿੰਦੇ ਕਿ ਜਿਸ ਤਰ੍ਹਾਂ ਉੱਥੇ ਭਾਰਤ ਵਿੱਚ, ਹੁਣ ਇੱਥੇ ਤਾਂ ਮੈਨੂੰ ਪਤਾ ਨਹੀਂ ਸ਼ਾਇਦ ਵੀ ਕਿਸ ਤਰ੍ਹਾਂ ਹੈ ਬਾਹਰਲੇ ਮੁਲਕਾਂ ਦੇ ਵਿੱਚ, ਭਾਰਤ ਦੇ ਵਿੱਚ ਕਹਿੰਦੇ ਇੱਦਾਂ ਹੁੰਦਾ ਵੀ ਜਦੋਂ ਕਈ ਜਗ੍ਹਾ ਦੇ ਵਿੱਚ ਔੜ ਲੱਗ ਜਾਂਦੀ ਆ ਨਾ, ਜਿਹੜੇ ਹੁੰਦੇ ਨੇ ਜਿਨ੍ਹਾਂ ਨੇ ਗਊਆਂ ਵਗੈਰਾ ਮੱਝਾਂ ਪਾਲੀਆਂ ਹੁੰਦੀਆਂ ਨੇ, ਤਾਂ ਉਹ ਜਿੱਥੇ ਔੜ ਲੱਗਦੀ ਆ ਉਹ ਜਗ੍ਹਾ ਛੱਡ ਕੇ ਜਿੱਥੇ ਹਰਿਆਵਲ ਹੋਈ ਹੁੰਦੀ ਆ ਨਾ, ਉੱਥੇ ਜਾ ਕੇ ਥੋੜ੍ਹੀ ਦੇਰ ਲਈ ਟਿਕਾਣਾ ਬਣਾਉਂਦੇ ਨੇ ਤਾਂ ਕਿ ਉਹਨਾਂ ਦੇ ਜਿਹੜੇ ਡੰਗਰ ਪਸ਼ੂ ਹੁੰਦੇ ਨੇ ਉੱਥੋਂ ਚਾਰਾ ਚਰ ਸਕਣ। ਅਤੇ ਪਰ ਕਹਿੰਦੇ ਵੀ ਜਿਹੜਾ ਉਹ ਗੋਇਲ ਆ ਉੱਥੇ ਗੋਇਲੀ ਕਰਨ ਆਇਆ, ਵੀ ਆਪਣੇ ਮਾਲ ਡੰਗਰ ਨੂੰ ਲੈ ਕੇ ਆਇਆ, ਜੇ ਉਹ ਸਮਝੇ ਕਿ ਵੀ ਜਿਸ ਜਗ੍ਹਾ 'ਤੇ ਆਇਆ ਉੱਥੇ ਵੀ ਤਾਂ ਮਤਲਬ ਜਿਹੜੀ ਹੈਗੀ ਆ ਉਹ ਹਰਿਆਲੀ ਥੋੜ੍ਹੀ ਦੇਰ ਰਹਿਣੀ ਆ ਨਾ, ਫਿਰ ਇਸ ਲਈ ਉਹਨੇ ਉੱਥੇ ਥੋੜ੍ਹੀ ਦੇਰ ਟਿਕਾ ਕਰਨਾ ਹੈਗਾ। ਪਰ ਜੇ ਉਹ ਕਹਿੰਦੇ ਉਹਨੂੰ ਸਮਝ ਕੇ ਉੱਥੇ ਹੀ ਆਪਣਾ ਮਤਲਬ ਹੋਰ ਪਸਾਰਨ ਲੱਗ ਜਾਵੇ ਆਪਣੇ ਘਰ-ਬਾਰ ਦਾ, ਤਾਂ ਇਹ ਉਹਦੇ ਲਈ ਗਲਤ ਗੱਲ ਹੋਊਗੀ, ਕਿਉਂਕਿ ਉਹਨੇ ਥੋੜ੍ਹੀ ਦੇਰ ਤਾਂ ਟਿਕਣਾ। ਫਿਰ ਇਸ ਤਰ੍ਹਾਂ ਹੀ ਜੀਵ ਨੂੰ ਕਹਿੰਦੇ ਨੇ ਕਿ ਵੀ ਤੂੰ ਬਹੁਤ ਥੋੜ੍ਹੀ ਦੇਰ ਲਈ ਇਸ ਸੰਸਾਰ ਵਿੱਚ ਆਇਆ ਹੋਇਆ, ਅਤੇ ਫਿਰ ਤੂੰ ਕਿਉਂ ਇੰਨੇ ਪਸਾਰੇ ਪਸਾਉਣ 'ਚ ਮਤਲਬ ਲੱਗਿਆ ਰਹਿੰਦਾ, ਆਪਣੀ ਜ਼ਿੰਦਗੀ ਉਹਦੇ 'ਚ ਖਰਾਬ ਕਰਦਾ। ਜਿਹੜਾ ਤੇਰਾ ਅਸਲੀ ਘਰ ਆ ਪਰਮਾਤਮਾ ਦੇ ਜਿੱਦਾਂ ਚਰਨਾਂ ਦਾ ਨਿਵਾਸ ਆ, ਉਹਦੇ ਬਾਰੇ ਕਹਿੰਦੇ ਤੂੰ ਉਹਦੇ ਬਾਰੇ ਨਹੀਂ ਤੂੰ ਸੋਚਦਾ ਆਪਣੇ ਦਿਲ ਦੇ ਵਿੱਚ, ਉਹਦੇ ਬਾਰੇ ਕਹਿੰਦੇ ਤੂੰ ਕੁਛ ਇਕੱਠਾ ਹੀ ਨਹੀਂ ਕਰਦਾ ਹੈਗਾ। ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ ਰਹਾਓ। ਕਹਿੰਦੇ ਹੇ ਜੀਵ, ਕਹਿੰਦੇ ਤੂੰ ਹਰੀ ਦੇ ਗੁਣ ਗਾਇਆ ਕਰ ਪਰਮਾਤਮਾ ਦੇ, ਅਤੇ ਕਹਿੰਦੇ ਸਤਿਗੁਰ ਦੀ ਕਹਿੰਦੇ ਸੇਵਾ ਪਿਆਰ ਨਾਲ ਕਰ। ਸਤਿਗੁਰ ਦੀ ਸੇਵਾ ਤਾਂ ਇਹੀ ਹੈ ਵੀ ਪਰਮਾਤਮਾ ਦਾ ਨਾਮ ਸਿਮਰਨਾ। ਕਹਿੰਦੇ ਵੀ ਇੱਥੇ ਥੋੜ੍ਹੀ ਦੇਰ ਲਈ ਰਹਿਣਾ ਸੰਸਾਰ ਵਿੱਚ, ਕਿਉਂ ਆਪਣੇ ਹੰਕਾਰ ਵਿੱਚ ਹੀ ਰਹਿੰਦਾ ਹੈਗਾ, ਕਿਹੜੀ ਗੱਲ ਦਾ ਕਹਿੰਦੇ ਵੀ ਹੰਕਾਰ ਕਰਦਾ ਹੈਗਾ, ਇੰਨੀ ਥੋੜ੍ਹੀ ਦੇਰ ਲਈ ਆਇਆ ਇੱਥੇ। ਜੈਸੇ ਰੈਣ ਪ੍ਰਾਹੁਣੇ ਉੱਠ ਚਲ ਸੈ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉ ਸਭ ਫੁੱਲਾਂ ਕੀ ਬਾਗਾਤ। ਕਿੰਨੇ ਪਿਆਰੇ ਪਿਆਰੇ ਸ਼ਬਦ ਵਰਤਦੇ ਨੇ ਪਾਤਸ਼ਾਹ, ਫੁੱਲਾਂ ਕੀ ਬਾਗਾਤ। ਕਹਿੰਦੇ ਜਿਸ ਤਰ੍ਹਾਂ ਕੋਈ ਕਿਸੇ ਦੇ ਘਰ ਪ੍ਰਾਹੁਣਾ ਜਾਂਦਾ ਤਾਂ ਉਹ ਮਤਲਬ ਰਾਤ ਠਹਿਰਿਆ, ਚਲੋ 2 ਰਾਤਾਂ ਠਹਿਰ ਲੂਗਾ ਨਾ, ਅਤੇ ਦੂਸਰੇ ਦਿਨ ਉਹਨੂੰ ਪਤਾ ਹੁੰਦਾ ਕਿ ਵੀ ਉੱਠ ਕੇ ਜਾਣਾ ਆਪਣੇ ਘਰ ਨੂੰ, ਹੈ ਨਾ। ਅਤੇ ਫਿਰ ਇੱਦਾਂ ਹੀ ਸਮਝਾਉਂਦੇ ਨੇ ਕਿ ਵੀ ਸੰਸਾਰ ਵਿੱਚ ਸਾਡਾ ਜਿਹੜਾ ਜੀਵਨ ਆ ਬਹੁਤ ਥੋੜ੍ਹਾ ਚਿਰ ਹੈਗਾ। ਕਹਿੰਦੇ ਕਿਉਂ ਤੂੰ ਮਤਲਬ ਆਪਣੀ ਗ੍ਰਸਤ ਦੇ ਵਿੱਚ ਇੰਨਾ ਖੁੱਭ ਗਿਆ। ਕਹਿੰਦੇ ਸਾਰਾ ਕੁਛ ਜੋ ਇੱਥੇ ਸੰਸਾਰ ਵਿੱਚ ਆ ਇੱਕ ਫੁੱਲਾਂ ਦੀ ਬਗੀਚੀ ਦੇ ਸਮਾਨ ਆ। ਜਿਵੇਂ ਫੁੱਲਾਂ ਦੀ ਬਗੀਚੀ ਹੁੰਦੀ ਆ, ਉਹ ਰੁੱਤੀ ਦੇ ਜਿਹੜੇ ਫੁੱਲ ਹੁੰਦੇ ਨੇ ਚੀਜ਼ 2 ਮਹੀਨੇ 3 ਮਹੀਨੇ ਕਿੰਨੀ ਦੇਰ ਖਿੜ ਜਾਣਗੇ, ਬਾਅਦ ਮੁਰਝਾ ਜਾਂਦੇ ਨੇ। ਬਸ ਕਹਿੰਦੇ ਐ ਥੋੜ੍ਹਾ ਚਿਰ ਆ, ਕਹਿੰਦੇ ਇਹ ਮਨੁੱਖਾ ਜੀਵਨ ਆ। ਤੂੰ ਕਿਉਂ ਕਹਿੰਦੇ ਮਤਲਬ ਆਪਣਾ ਸਾਰਾ ਟਾਈਮ ਇੱਥੇ ਜਿਹੜਾ ਗ੍ਰਹਿਸਤ ਆ ਸੰਸਾਰ ਦੇ ਜੰਜਾਲ ਨੇ ਉਹਦੇ ਵਿੱਚ ਹੀ ਫਸ ਕੇ ਖਰਾਬ ਕਰ ਰਿਹਾ। ਤੂੰ ਆਪਣਾ ਜਿਹੜਾ ਅਸਲ ਮਤਲਬ ਤੇਰਾ ਇੱਥੇ ਆਉਣ ਦਾ ਮਕਸਦ ਆ ਵਾਹਿਗੁਰੂ ਦਾ ਨਾਮ ਜਪਣਾ, ਉਹਦੇ ਵਿੱਚ ਲੱਗ। ਮੇਰੀ ਮੇਰੀ ਕਿਆ ਕਰੈ ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਕਹਿੰਦੇ ਕਿਉਂ ਤੂੰ ਹਰ ਇੱਕ ਚੀਜ਼ ਦੇ ਲਈ ਮੇਰੀ ਮੇਰੀ ਕਰਕੇ ਹਉਮੈ ਵਿੱਚ ਕਿਉਂ ਕਹਿੰਦੇ ਤੂੰ ਮਤਲਬ ਗ੍ਰਸਿਆ ਹੋਇਆ। ਕਹਿੰਦੇ ਜਿਸ ਪਰਮਾਤਮਾ ਨੇ ਕਹਿੰਦੇ ਵੀ ਸਭ ਕੁਛ ਕੀਤਾ, ਕਹਿੰਦੇ ਉਹਨੂੰ ਲੱਭ। ਕਹਿੰਦੇ ਇਹ ਪੱਕੀ ਗੱਲ ਸਮਝ ਲਾ ਵੀ ਇੱਥੋਂ ਲੱਖਾਂ ਕਰੋੜਾਂ ਹੀ ਹੁਣ ਤੱਕ ਛੱਡ ਕੇ ਚਲੇ ਗਏ ਨੇ, ਇੱਦਾਂ ਹੀ ਤੂੰ ਚਲੇ ਜਾਣਾ। ਜਾਂ ਦੂਜੇ ਪਾਸੇ ਇਹ ਵੀ ਕਹਿ ਸਕਦੇ ਹਾਂ
ਕਿ ਜਿਨ੍ਹਾਂ ਦੇ ਕੋਲ ਲੱਖਾਂ ਕਰੋੜ ਵੀ ਸੀ ਉਹ ਵੀ ਸਭ ਕੁਝ ਛੱਡ ਕੇ ਚਲੇ ਗਏ ਨੇ। ਤੇ ਤੂੰ ਇਸ ਗੱਲ ਨੂੰ ਜਾਣ ਕਿ ਸਭ ਕੁਝ ਇੱਥੇ ਹੀ ਰਹਿ ਜਾਣਾ, ਸਿਰਫ ਉਹਦਾ ਨਾਂ ਨਾਲ ਜਾਣਾ। 1,84 ਭ੍ਰਮਤਿਆਂ ਦੁਰਲਭ ਜਨਮ ਪਾਇਓ, ਨਾਨਕ ਨਾਮ ਸਮਾਲ ਤੂੰ 100 ਦਿਨ ਨੇੜਾ ਆਇਓ। ਕਹਿੰਦੇ 84 ਲੱਖ ਕਹਿੰਦੇ ਜੂਨਾਂ ਦੇ ਵਿੱਚ ਕਹਿੰਦੇ ਭਟਕਦਾ ਭਟਕਦਾ ਕਹਿੰਦੇ ਹੁਣ ਤੂੰ ਇਹ ਕਹਿੰਦੇ ਵੀ ਤੂੰ ਜਿਹੜਾ ਇਹ ਮਨੁੱਖਾ ਜਨਮ ਪਾਇਆ, ਕਹਿੰਦੇ ਵੀ ਦਿਨ ਮਤਲਬ ਉਹ ਨੇੜੇ ਹੀ ਆਉਣ ਵਾਲਾ ਵੀ ਜਦੋਂ ਇਹ ਮਨੁੱਖਾ ਜਨਮ ਨੇ ਖਤਮ ਹੋ ਜਾਣਾ। ਫਿਰ ਨਾਨਕ ਜੀ ਕਹਿੰਦੇ ਤੂੰ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਸੰਭਾਲ। ਵਾਹਿਗੁਰੂ ਜੀ ਵਾਹਿਗੁਰੂ। ਸ੍ਰੀ ਰਾਗ ਮਹੱਲਾ ਪੰਜਵਾਂ। ਤਿੱਚਰ ਵਸੈ ਸੋਹੇਲੜੀ, ਜਿੱਚਰ ਸਾਥੀ ਨਾਲ, ਜਾ ਸਾਥੀ ਉੱਠੀ ਚੱਲਿਆ, ਤਾਂ ਧਨ ਖਾਕੂਰਾਲ। ਮਨ ਬੈਰਾਗ ਪਿਆ, ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ ਰਹਾਓ। ਕਹਿੰਦੇ ਵੀ ਜਦੋਂ ਤੱਕ ਜੀਵ ਦੇ ਅੰਦਰ ਵਾਹਿਗੁਰੂ ਦੀ ਦਿੱਤੀ ਹੋਈ ਜਿੰਦ ਹੈਗੀ ਆ, ਉਹ ਸਾਥੀ ਸਾਡੇ ਨਾਲ ਆ, ਉਦੋਂ ਤੱਕ ਕਹਿੰਦੇ ਜਿਹੜੀ ਇਹ ਕਾਇਆ ਸੁਖੀ ਵਸਦੀ ਆ। ਪਰ ਜਦੋਂ ਉਹ ਜਿੰਦ ਸਾਥੀ ਅੰਦਰੋਂ ਚਲੇ ਗਿਆ, ਵਾਹਿਗੁਰੂ ਨੇ ਇਹਨੂੰ ਵਾਪਸ ਬੁਲਾ ਲਿਆ, ਤਾਂ ਜਿਹੜੀ ਇਹ ਸਰੀਰ ਰੂਪੀ ਧਨ ਆ ਉਹ ਤਾਂ ਮਿੱਟੀ 'ਚ ਰਲ ਗਿਆ ਨਾ। ਜਦੋਂ ਆਪਣੇ ਸਰੀਰ 'ਚੋਂ ਜਿੰਦ ਨਿਕਲ ਜਾਂਦੀ ਆ, ਆਪਾਂ ਨੂੰ ਪਤਾ ਹੀ ਹੈ ਨਾ ਕਿ ਫਿਰ ਸਰੀਰ ਦਾ ਕੀ ਹਾਲ ਹੁੰਦਾ। ਕਹਿੰਦੇ ਵੀ ਇਹ ਦੇਖ ਕੇ ਜੀਵ ਦੇ ਮਨ ਵਿੱਚ ਵਾਹਿਗੁਰੂ ਲਈ, ਪਰਮਾਤਮਾ ਲਈ ਬੈਰਾਗ ਆ ਗਿਆ, ਪਰਮਾਤਮਾ ਲਈ ਪਿਆਰ ਉੱਠਿਆ, ਤੇ ਤਾਂਘ ਬਣ ਗਈ ਕਿ ਮੈਂ ਪਰਮਾਤਮਾ ਦਾ ਦਰਸ਼ਨ ਕਰਾਂ। ਦਰਸ਼ਨ ਦੇਖਣ ਲਈ ਮਨ ਵਿੱਚ ਚਾਅ ਪੈਦਾ ਹੋ ਗਿਆ। ਧਨ ਸੋ ਤੇਰਾ ਥਾਨ, ਕਹਿੰਦੇ ਉਹ ਥਾਨ ਜਿੱਥੇ ਪਰਮਾਤਮਾ ਵਸਦਾ ਉਹ ਧਨ ਆ, ਉਹ ਸਰੀਰ ਧਨ ਆ ਜਿੱਥੇ ਪਰਮਾਤਮਾ ਵਸਦਾ, ਪਰਮਾਤਮਾ ਪ੍ਰਗਟ ਹੋਇਆ। ਵਾਹਿਗੁਰੂ ਜੀ। ਰਹਾਓ। ਜਿੱਚਰ ਵਸਿਆ ਕੰਤ ਘਰ, ਜਿਉ ਜਿਉ ਸਭ ਕਹਾਤ, ਜਾ ਉੱਠੀ ਚਲਸੀ ਕੰਤੜਾ, ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਕਹਿੰਦੇ ਜਦੋਂ ਤੱਕ ਤਾਂ ਪਰਮਾਤਮਾ ਦੀ ਅੰਸ਼ ਜਿੰਦ ਅੰਦਰ ਆ ਜੀਵ ਦੇ, ਤਾਂ ਜੀਵ ਦਾ ਹਰ ਇੱਕ ਜਗ੍ਹਾ 'ਤੇ ਆਦਰ ਹੁੰਦਾ। ਜਦੋਂ ਕਹਿੰਦੇ ਉਹ ਜਿੰਦ ਰੂਪੀ ਕੰਤ ਪਰਮਾਤਮਾ ਦੀ ਅੰਸ਼ ਉਹ ਇੱਥੋਂ ਚਲੀ ਜਾਂਦੀ ਆ, ਤਾਂ ਉਸ ਸਰੀਰ ਦੀ ਕੋਈ ਬਾਤ ਨਹੀਂ ਪੁੱਛੀ ਜਾਂਦੀ। ਪੇਯੜੇ ਸਹੁ ਸੇਵ ਤੂੰ, ਸਾਹੁਰੜੇ ਸੁਖ ਵਸ, ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਕਹਿੰਦੇ ਹੇ ਜੀਵ, ਜਦੋਂ ਤੂੰ ਇਸ ਪੇਯੜੇ ਸੰਸਾਰ ਘਰ ਦੇ ਵਿੱਚ ਆ, ਤਾਂ ਤੂੰ ਉਸ ਪਰਮਾਤਮਾ ਦਾ ਨਾਮ ਜਪ, ਉਹਦੀ ਸੇਵਾ ਕਰ, ਤਾਂ ਫਿਰ ਇਹਦੇ ਨਾਲ ਸਹੁੜੇ ਜਿਹੜਾ ਅਗਲਾ ਘਰ ਆ ਪਰਲੋਕ, ਉਹਦੇ ਵਿੱਚ ਵੀ ਸੁਖੀ ਵਸੇਗਾ। ਗੁਰੂ ਨੂੰ ਮਿਲ ਕੇ ਕਹਿੰਦੇ ਚੰਗੇ ਜੀਵਨ ਦੀ ਜਾਚ ਸਿੱਖ, ਤੇ ਤੈਨੂੰ ਫਿਰ ਕਦੇ ਕੋਈ ਦੁੱਖ ਨਹੀਂ ਲੱਗੂਗਾ। ਸਭਨਾ ਸਹੁਰੇ ਵੰਜਣਾ, ਸਭ ਮੁਖ ਲਾਵਣ ਹਾਰ, ਨਾਨਕ ਧਨ ਸੁਹਾਗਣੀ, ਜਿਨ ਸਹਿ ਨਾਲ ਪਿਆਰ। ਕਹਿੰਦੇ ਸਾਰੇ ਜੀਵਾਂ ਨੇ ਸਹੁਰੇ ਜਾਣਾ, ਸਹੁਰਾ ਅਗਲਾ ਘਰ ਪਰਲੋਕ, ਸਾਰਿਆਂ ਦੇ ਕਹਿੰਦੇ ਮੁਕਲਾਵੇ ਜਾਣਾ। ਉਹ ਧਨ, ਉਹ ਜੀਵ ਇਸਤਰੀ ਸੁਹਾਗਣ ਆ ਜਿਹਦਾ ਆਪਣੇ ਪਤੀ ਪਰਮੇਸ਼ਰ ਨਾਲ ਪਿਆਰ ਪੈ ਗਿਆ, ਪੇਕੇ ਰਹਿੰਦੀ ਦਾ, ਸੰਸਾਰ ਵਿੱਚ ਰਹਿੰਦੀ ਦਾ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਛੇਵਾਂ। ਕਰਨ ਕਾਰਨ ਏਕ ਉਹੀ, ਜਿਨ ਕੀਆ ਆਕਾਰ,
ਤਿਸੇ ਤੇ ਆਵੋ ਮਨ ਮੇਰੇ ਸਰਬ ਕੋ ਆਧਾਰ। ਕਹਿੰਦੇ ਪੰਚਮ ਪਾਤਸ਼ਾਹ ਕਹਿੰਦੇ ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ, ਜਿਹਨੇ ਕਹਿੰਦੇ ਸਾਡੇ ਆਕਾਰ ਬਣਾਏ ਨੇ, ਜਿਹਨੇ ਸੰਸਾਰ ਬਣਾਇਆ ਪਰਮਾਤਮਾ ਨੇ, ਉਹੀ ਸਭ ਕੁਝ ਕਰਨ ਵਾਲਾ ਹੈ, ਇੱਕ ਪਰਮਾਤਮਾ। ਕਹਿੰਦੇ ਹੇ ਮੇਰੇ ਮਨ, ਉਸ ਪਰਮਾਤਮਾ ਨੂੰ ਧਿਆ ਜਿਹੜੇ ਸਾਰਿਆਂ ਨੂੰ ਆਪਣਾ ਆਸਰਾ ਦਿੰਦਾ। ਗੁਰ ਕੇ ਚਰਨ ਮਨ ਮਹਿ ਧਿਆਏ, ਕਹਿੰਦੇ ਗੁਰੂ ਦੇ ਚਰਨਾਂ ਨੂੰ ਆਪਣੇ ਮਨ ਵਿੱਚ ਧਿਆ, ਗੁਰੂ ਦੀ ਸ਼ਰਨ ਵਿੱਚ ਆ। ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵ ਲਾਏ, ਰਹਾਓ। ਕਹਿੰਦੇ ਹੋਰ ਸਾਰੀਆਂ ਸਿਆਣਪਾਂ ਛੱਡ ਕੇ ਇੱਕ ਉਸ ਸੱਚੇ ਪਰਮਾਤਮਾ ਦੇ ਸ਼ਬਦ ਦੇ ਨਾਲ ਸੁਰਤ ਜੋੜ ਆਪਣੀ। ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਕੋਟ ਜਤਨਾ ਕਰ ਰਹੇ, ਗੁਰ ਬਿਨ ਤਰਿਓ ਨਾ ਕੋਏ। ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਦਾ ਗੁਰਮੰਤਰ ਟਿਕ ਜਾਂਦਾ, ਉਹਨੂੰ ਕੋਈ ਦੁੱਖ, ਕੋਈ ਕਲੇਸ਼, ਕੋਈ ਡਰ ਨਹੀਂ ਸਤਾਉਂਦਾ। ਕਹਿੰਦੇ ਕੋਈ ਚਾਹੇ ਕਰੋੜਾਂ ਯਤਨ ਕਰ ਰਹੇ, ਪਰ ਗੁਰੂ ਤੋਂ ਬਿਨਾਂ ਕੋਈ ਇਹ ਸੰਸਾਰ ਸਾਗਰ ਨੂੰ ਤਰ ਨਹੀਂ ਸਕਦਾ। ਦੇਖ ਦਰਸ਼ਨ ਮਨ ਸਾਧਾਰੈ, ਪਾਪ ਸਗਲੇ ਜਾਹੇ। ਹਉ ਤਿਨ ਕੈ ਬਲਿਹਾਰਣੇ, ਜੇ ਗੁਰ ਕੀ ਪੈਰੀ ਪਾਹੇ। ਕਹਿੰਦੇ ਗੁਰੂ ਦਾ ਦਰਸ਼ਨ ਦੇਖ ਕੇ ਸਾਡਾ ਜਿਹੜਾ ਮਨ ਆ ਕਹਿੰਦੇ ਟਿਕਾ ਵਿੱਚ ਆ ਜਾਂਦਾ। ਇਹ ਕਹਿੰਦੇ ਚੰਚਲਤਾ ਛੱਡ ਦਿੰਦਾ। ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਹਾਂ ਜੋ ਗੁਰੂ ਦੀ ਚਰਨ ਪੈਂਦੇ ਨੇ, ਗੁਰੂ ਦੀ ਸ਼ਰਨ ਪੈਂਦੇ ਨੇ। ਸਾਧ ਸੰਗਤ ਮਨ ਵਸੈ, ਸਾਚ ਹਰਿ ਕਾ ਨਾਉ। ਸੇ ਵਡਭਾਗੀ ਨਾਨਕਾ, ਜਿਨ੍ਹਾਂ ਮਨ ਇਹ ਪਾਓ। ਕਹਿੰਦੇ ਸਾਧ ਸੰਗਤ ਵਿੱਚ ਗਿਆ ਸਾਡੇ ਮਨ ਦੇ ਵਿੱਚ ਉਸ ਸੱਚੇ ਦਾ ਨਾਮ ਆ ਜਾਂਦਾ, ਅਸੀਂ ਉਹਦੀ ਕੀਰਤੀ ਕਰਨ ਲੱਗ ਜਾਂਦੇ ਹਾਂ। ਨਾਨਕ ਜੀ ਕਹਿੰਦੇ ਉਹ ਵਡਭਾਗੀ ਨੇ, ਉਹ ਵੱਡੇ ਭਾਗਾਂ ਵਾਲੇ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਸਾਧ ਸੰਗਤ ਲਈ, ਸਾਧ ਸੰਗਤ ਕਰਨ ਦਾ ਪਿਆਰ ਪੈਦਾ ਹੋ ਜਾਂਦਾ। ਸ੍ਰੀ ਰਾਗ ਮਹੱਲਾ ਪੰਜਵਾਂ। ਸੰਚ ਹਰ ਤਨ ਪੂਜ ਸਤਿਗੁਰ, ਛੋੜ ਸਗਲ ਵਿਕਾਰ। ਜਿਨ ਤੂੰ ਸਾਜ ਸਵਾਰਿਆ, ਹਰ ਸਿਮਰ ਹੋਏ ਉਧਾਰ। ਕਹਿੰਦੇ ਹੇ ਜੀਵ, ਤੂੰ ਪਰਮਾਤਮਾ ਦਾ ਨਾਮ ਧਨ ਇਕੱਠਾ ਕਰ, ਆਪਣੇ ਸਤਿਗੁਰ ਦੀ ਪੂਜਾ ਕਰ, ਸਤਿਗੁਰ ਦੀ ਸੇਵਾ ਕਰ, ਸਾਰੇ ਵਿਕਾਰ ਛੱਡ ਦੇ। ਕਹਿੰਦੇ ਜਿਹਨੇ ਤੈਨੂੰ ਸਾਜਿਆ, ਜਿਹਨੇ ਤੈਨੂੰ ਇਹ ਦੇਹੀ ਦੇ ਕੇ ਭੇਜਿਆ, ਤੈਨੂੰ ਸੋਹਣਾ ਬਣਾਇਆ, ਕਹਿੰਦੇ ਵੀ ਉਹਨੂੰ ਸਿਮਰ, ਉਹਦੀ ਕੀਰਤੀ ਕਰ ਤੇ ਤੇਰਾ ਉਧਾਰ ਹੋ ਜਾਊਗਾ, ਤੂੰ ਤਰ ਜਾਏਗਾ। ਜਪ ਮਨ ਨਾਮ ਏਕ ਅਪਾਰ। ਕਹਿੰਦੇ ਹੇ ਮੇਰੇ ਮਨ, ਉਸ ਅਪਰੰਪਰ ਇੱਕ ਪਰਮਾਤਮਾ ਦਾ ਨਾਮ ਜਪ। ਪ੍ਰਾਣ ਮਨ ਤਨ ਜਿਨਹਿ ਦੀਆ, ਹਿਰਦੇ ਕਾ ਆਧਾਰ। ਰਹਾਓ। ਕਹਿੰਦੇ ਜਿਹਨੇ ਤੈਨੂੰ ਪ੍ਰਾਣ, ਮਨ, ਤਨ ਸਭ ਕੁਝ ਦਿੱਤਾ, ਜੋ ਤੇਰੇ ਹਿਰਦੇ ਦਾ ਸਹਾਰਾ ਬਣਦਾ, ਉਸ ਪਰਮਾਤਮਾ ਦਾ ਨਾਮ ਜਪ। ਕਾਮ ਕ੍ਰੋਧ ਅਹੰਕਾਰ ਮਾਤੇ, ਵਿਆਪਿਆ ਸੰਸਾਰ। ਪਉ ਸੰਤ ਸਰਣੀ, ਲਾਗ ਚਰਣੀ, ਮਿਟੈ ਦੁਖ ਅੰਧਾਰ। ਕਹਿੰਦੇ ਸਾਰੇ ਸੰਸਾਰ ਦੇ ਵਿੱਚ ਕਹਿੰਦੇ ਕਾਮ, ਕ੍ਰੋਧ, ਹੰਕਾਰ, ਸਾਰਾ ਸੰਸਾਰ ਬਸ ਇਹਦੇ ਵਿੱਚ ਹੀ ਉਲਝਿਆ ਪਿਆ। ਸਾਰਿਆਂ ਨੂੰ ਕਹਿੰਦੇ ਇਹਨਾਂ ਨੇ ਆਪਣੀ ਪਕੜ ਵਿੱਚ ਲਿਆ ਹੋਇਆ। ਕਹਿੰਦੇ ਸੰਤ ਦੀ ਸਰਣੀ ਪੈ ਜਾ, ਉਹਦੇ ਚਰਨਾਂ ਦੀ ਛੂਹ ਪ੍ਰਾਪਤ ਕਰ ਲਾ, ਤੇਰਾ ਜਿਹੜੇ ਅਗਿਆਨਤਾ ਦਾ ਦੁੱਖ ਆ ਸਾਰਾ ਖਤਮ ਹੋ ਜਾਊਗਾ। ਸਤ ਸੰਤੋਖ ਦਇਆ ਕਮਾਵੈ, ਇਹ ਕਰਨੀ ਸਾਰ। ਕਹਿੰਦੇ ਸਭ ਤੋਂ ਸ੍ਰੇਸ਼ਟ ਤੇਰੇ ਲਈ ਕਰਨੀ ਕੀ ਆ? ਤੂੰ ਸਤ, ਸੰਤੋਖ ਤੇ ਦਇਆ ਦੀ ਕਮਾਈ ਕਰ। ਆਪ ਛੋੜ ਸਭ ਹੋਏ ਰੇਣਾ, ਜਿਸ ਦੇ ਪ੍ਰਭ ਨਿਰੰਕਾਰ। ਕਹਿੰਦੇ ਜਿਸ ਨੂੰ ਪਰਮਾਤਮਾ ਪ੍ਰਭੂ ਆਪਣੇ ਨਾਮ ਦਾ ਦਾਨ ਦੇ ਦਿੰਦੇ ਨੇ,
ਉਹ ਹੰਕਾਰ ਛੱਡ ਕੇ ਸਭ ਦੇ ਚਰਨਾਂ ਦੀ ਧੂੜ ਬਣ ਜਾਂਦੇ ਨੇ। ਉਹਨਾਂ 'ਚ ਇੰਨੀ ਨਮਰਤਾ ਆ ਜਾਂਦੀ ਆ। ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰ। ਕਹਿੰਦੇ ਹੇ ਪਰਮਾਤਮਾ, ਜਿੱਥੇ ਵੀ ਦੇਖਦੇ ਹਾਂ ਸਭ ਜਗ੍ਹਾ 'ਤੇ ਤੂੰ ਹੀ ਵਿਆਪਕ ਹੈ, ਸਾਰਿਆਂ ਵਿੱਚ ਤੇਰਾ ਹੀ ਪਸਾਰਾ ਹੈ। ਕਹੁ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ। ਨਾਨਕ ਜੀ ਕਹਿੰਦੇ ਗੁਰੂ ਨੇ ਜਦੋਂ ਜੀਵ ਦਾ ਭਰਮ ਕੱਟ ਦਿੱਤਾ ਤਾਂ ਉਹਨੂੰ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਪਰਮਾਤਮਾ ਹੀ ਫੈਲਿਆ ਹੋਇਆ ਦਿਸਦਾ ਹੈ। ਉਹਨੂੰ ਹਰ ਇੱਕ ਜੀਵ ਦੇ ਵਿੱਚ ਉਹ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਸ੍ਰੀ ਰਾਗ ਮਹੱਲਾ ਪੰਜਵਾਂ। ਦੁਕਿਰਤ ਸੁਕਿਰਤ ਮੰਦੇ ਸੰਸਾਰ ਸਗਲਾਣਾ। ਦੋਹੋਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਕਹਿੰਦੇ ਵੀ ਜਿਸ ਤਰ੍ਹਾਂ ਸ਼ਾਸਤਰਾਂ ਵਿੱਚ ਲਿਖੇ ਹੋਏ ਨੇ ਵੀ ਇਹ ਕਰਮ ਚੰਗਾ ਇਹ ਕਰਮ ਮਾੜਾ, ਦੁਕਿਰਤ ਸੁਕਿਰਤ। ਕਹਿੰਦੇ ਸਾਰਾ ਸੰਸਾਰ ਮਤਲਬ ਇਸ ਤਰ੍ਹਾਂ ਹੀ ਵੀ ਆਹ ਕੰਮ ਚੰਗਾ ਇਹ ਕੰਮ ਮਾੜਾ, ਬਸ ਇਸ ਵਿਚਾਰ ਦੇ ਵਿੱਚ ਹੀ ਉਲਝਿਆ ਹੋਇਆ। ਕਹਿੰਦੇ ਇਹਨਾਂ ਦੋਨਾਂ ਤੋਂ ਵੀ ਮਤਲਬ ਇਸ ਗੱਲ ਤੋਂ ਜਿਹੜਾ ਕੋਈ ਉੱਪਰ ਉੱਠਿਆ ਪਰਮਾਤਮਾ ਦਾ ਭਗਤ, ਉਹ ਕੋਈ ਵਿਰਲਾ ਹੀ ਆ। ਉਹ ਕੋਈ ਵਿਰਲਾ ਹੀ ਜਾਣਦਾ ਕਿ ਪਰਮਾਤਮਾ ਦੇ ਨਾਂ ਨੇ ਮੈਨੂੰ ਤਾਰਨਾ, ਨਾ ਕਿ ਇਹਨਾਂ ਵਿਚਾਰਾਂ ਵਿੱਚ ਪਿਆ ਕਿ ਆਪ ਪੁੰਨ ਕਰਮ ਆ ਕਿ ਆਪ ਪਾਪ ਕਰਮ ਆ। ਠਾਕੁਰ ਸਰਵੇ ਸਮਾਣਾ। ਉਹ ਪਰਮਾਤਮਾ ਹਰ ਇੱਕ ਜਗ੍ਹਾ 'ਤੇ ਸਮਾਇਆ ਹੋਇਆ ਹੈ। ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ। ਰਹਾਓ। ਕਹਿੰਦੇ ਹੇ ਪਰਮਾਤਮਾ, ਹੇ ਮਾਲਕ, ਤੇਰੇ ਬਾਰੇ ਕੀ ਕਹੀਏ ਅਤੇ ਕਿਆ ਸੁਣੀਏ। ਕਹਿੰਦੇ ਤੂੰ ਬਹੁਤ ਵੱਡਾ ਹੈ, ਤੂੰ ਹਰ ਇੱਕ ਜਗ੍ਹਾ 'ਤੇ ਵਿਆਪਕ ਹੈ, ਤੂੰ ਸਾਰਿਆਂ ਦੇ ਅੰਦਰ ਨੂੰ ਜਾਣਨ ਵਾਲਾ ਹੈ, ਤੂੰ ਹੀ ਸਾਡਾ ਮਾਲਕ ਹੈ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਈ। ਕਹਿੰਦੇ ਇੱਦਾਂ ਦਾ ਸੇਵਕ ਪਰਮਾਤਮਾ ਦਾ ਕੋਈ ਹੋਈ ਆ ਜਿਹੜਾ ਕਹਿੰਦੇ ਮਤਲਬ ਤਤ ਸਮਦਰਸੀ, ਜਿਹਨੂੰ ਮਤਲਬ ਪਰਮਾਤਮਾ ਬਾਰੇ ਪਤਾ ਹੈ ਕਿ ਹਰ ਇੱਕ ਜਗ੍ਹਾ 'ਤੇ ਉਹ ਪਰਮਾਤਮਾ ਨੂੰ ਵਿਆਪਕ ਸਮਝਦਾ ਅਤੇ ਹਰ ਇੱਕ ਨੂੰ ਸਮਝਦਾ ਇੱਕੋ ਸਮਾਨ। ਉਹਨੂੰ ਕੋਈ ਮਾਣ ਦੇਵੇ ਜਾਂ ਉਹਦੀ ਕੋਈ ਨਿਰਾਦਰੀ ਕਰੇ, ਉਹਨੂੰ ਕੋਈ ਫਰਕ ਨਹੀਂ। ਇੱਦਾਂ ਦਾ ਸੇਵਕ ਕਹਿੰਦੇ ਕੋਈ ਹੋਈ ਆ ਜਿਹੜਾ ਮਤਲਬ ਜਿਹਨੂੰ ਇੱਦਾਂ ਦਾ ਕੋਈ ਫਰਕ ਮਿਟ ਗਿਆ ਕਿ ਉਹਨੂੰ ਕੋਈ ਆਦਰ ਦਿੰਦਾ ਜਾਂ ਨਿਰਾਦਰ ਕਰ ਦਿੰਦਾ, ਉਹਨੂੰ ਸਭ ਇੱਕ ਸਮਾਨ ਆ। ਉਹਨੂੰ ਸਭ ਜਗ੍ਹਾ 'ਤੇ ਉਹ ਪਰਮਾਤਮਾ ਹੀ ਨਜ਼ਰ ਆਉਂਦਾ। ਕਹਿੰਦੇ ਕਰੋੜਾਂ ਵਿੱਚ ਕੋਈ ਇੱਦਾਂ ਦਾ ਇੱਕ ਹੈਗਾ ਜਿਹਦੇ 'ਚ ਮਤਲਬ ਇਹ ਅਵਸਥਾ ਪੈਦਾ ਹੋ ਗਈ ਆ ਕਿ ਉਹਨੂੰ ਕੋਈ ਮਾਣ ਦਿੰਦਾ, ਉਹਦੀ ਨਿਰਾਦਰੀ ਕਰਦਾ, ਉਹਨੂੰ ਹਰ ਇੱਕ ਵਿੱਚ ਪਰਮਾਤਮਾ ਹੀ ਨਜ਼ਰ ਆਉਂਦਾ। ਕਹਿਨ ਕਹਾਵਨ ਇਹ ਕੀਰਤ ਕਰਲਾ। ਕਥਨ ਕਹਿਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ। ਕਹਿੰਦੇ ਵੀ ਇਹ ਕਹਿਣਾ ਕਿ ਆਹ ਗਿਆਨ ਵਾਲੀਆਂ ਗੱਲਾਂ ਕਰਨੀਆਂ ਅਤੇ ਕਿਸੇ ਕੋਲੋਂ ਕਰਾਉਣੀਆਂ, ਇਹ ਕਹਿੰਦੇ ਇੱਕ ਤਰ੍ਹਾਂ ਵੀ ਸ਼ੋਭਾ ਖੱਟਣ ਵਾਲੀ ਗੱਲ ਆ। ਵੀ ਇਹਨਾਂ ਗੱਲਾਂ ਤੋਂ ਵੀ ਜਿਹੜੇ ਇੱਦਾਂ ਵਿਖਾਵੇ ਦੀਆਂ ਗਿਆਨ ਦੀਆਂ ਗੱਲਾਂ ਕਰਨੀਆਂ ਅਤੇ ਕਹਾਉਣੀਆਂ, ਇਹਨਾਂ ਤੋਂ ਮੁਕਤ ਕਹਿੰਦੇ ਕੋਈ ਵਿਰਲਾ ਗੁਰੂ ਦਾ ਸਿੱਖ ਆ ਜੋ ਗੁਰੂ ਦੇ ਸਨਮੁਖ ਰਹਿੰਦਾ। ਗਤ ਅਵਗਤ ਕਛ ਨਦਰ ਨਾ ਆਇਆ। ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਨਾਨਕ ਜੀ ਕਹਿੰਦੇ ਨੇ ਕਿ ਵੀ ਜਿਹਨੇ ਸੰਤਾਂ ਦੀ ਰੇਣ, ਸੰਤਾਂ ਦੀ ਧੂੜ ਦਾ ਦਾਨ ਪਾ ਲਿਆ, ਕਹਿੰਦੇ ਉਹ ਸੇਵਕ, ਉਹਨੂੰ ਇਸ ਗੱਲ ਦੇ ਵਿੱਚ ਕੋਈ ਭੁਲੇਖਾ ਨਹੀਂ ਪੈਂਦਾ ਕਿ ਇਹ ਮੁਕਤੀ ਆ ਜਾਂ ਇਹ ਨਹੀਂ ਮੁਕਤੀ ਹੈਗੀ। ਜਿਸ ਤਰ੍ਹਾਂ ਆਮ ਸ਼ਾਸਤਰਾਂ ਵਿੱਚ ਮੁਕਤ ਹੋ ਜਾਣ ਦਾ ਜਾਂ ਨਾ ਮੁਕਤ ਹੋ ਜਾਣ ਦੇ ਜਿਹੜੇ ਭੁਲੇਖੇ ਨੇ, ਕਹਿੰਦੇ ਇਹ ਕੋਈ ਇੱਦਾਂ ਦਾ ਸੇਵਕ ਜਿਹਨੇ ਕਹਿੰਦੇ ਸੰਤਾਂ ਦੀ ਚਰਨ ਧੂੜ ਪਾ ਲਈ, ਕਹਿੰਦੇ ਫਿਰ ਉਹਨੂੰ ਇੱਦਾਂ ਵੀ ਆਹ ਮੁਕਤੀ ਵਾਲੀ ਚੀਜ਼ ਆ, ਆਹ ਨਾ ਮੁਕਤ ਹੋਣ ਵਾਲੀ ਚੀਜ਼ ਆ, ਉਹਨੂੰ ਇੱਦਾਂ ਦਾ ਕੋਈ
ਭਰਮ ਭੁਲੇਖਾ ਨਹੀਂ ਪੈਂਦਾ। ਉਹ ਸਿਰਫ ਤੇ ਸਿਰਫ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ। ਉਹਦੀ ਬਸ ਇਹੀ ਕਰਨੀ ਹੁੰਦੀ ਆ, ਸ੍ਰੇਸ਼ਟ ਕਰਨੀ ਹੁੰਦੀ ਆ ਵੀ ਪਰਮਾਤਮਾ ਦਾ ਨਾਮ ਸਿਮਰਨਾ, ਅਤੇ ਉਹਨੂੰ ਹਰ ਇੱਕ ਜਗ੍ਹਾ 'ਤੇ ਪਰਮਾਤਮਾ ਵਿਆਪਕ ਦਿਸਦਾ ਹੈ। ਹਰ ਇੱਕ ਜੀਵ ਵਿੱਚ ਉਹਨੂੰ ਪਰਮਾਤਮਾ ਨਜ਼ਰ ਆਉਂਦਾ ਹੈ। ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ, ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਜੀ। ਅੱਗੇ ਤੋਂ ਸਮੱਤ ਬਖਸ਼ਣੀ ਸਤਿਗੁਰੂ ਜੀ। ਸਾਰਿਆਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।